हाँ जी, नैक्सट देखो फीचर्स ऑफ पार्टनरशिप। पार्टनरशिप ਦੀਆਂ फीचर्स पढ़ांगे, ठीक है, जिन्होंने आप कैरेक्टरिस्टिक्स भी कह सकते हैं। फस्ट वन इज़ नंबर ऑफ परसनस। टू फॉर्म आ पार्टनरशिप देयर शुड बी मिनीमम ऑफ 2 परसनस। पार्टनरशिप फर्म खोलण ਦੇ ਲਈ 2 ਪਰਸਨ ਮਿਨੀਮਮ ਚਾਹੀਦੇ ਆ। ਦ ਮੈਕਸੀਮਮ ਨੰਬਰ ਆਫ ਮੈਂਬਰਸ ਕੈਨ ਬੀ 20 ਤੇ ਵੱਧ ਤੋਂ ਵੱਧ 20 ਹੋ ਸਕਦੇ ਆ। If the number of persons exceed 20 then it will be considered as a company। ਜੇ 20 ਤੋਂ ਜ਼ਿਆਦਾ ਪਰਸਨ ਹੋ ਜਾਂਦਾ ਤਾਂ ਅਸੀਂ ਉਹਨੂੰ ਕੰਪਨੀ ਕਹਾਂਗੇ ਵੀ ਹੁਣ ਇਹ ਕੰਪਨੀ ਫਾਰਮ ਬਣ ਗਈ ਆ। But in case of banking business the maximum number of persons should not exceed 10। बट जे किसी का बैंकिंग का बिजनेस आ तो वो 10 तो ज़्यादा परसन नहीं होने चाहिए। नैक्सट है अग्रीमेंट बिटवीन पार्टनर्स। पार्टनरशिप अग्रीमेंट और पार्टनरशिप डीड। देखो अग्रीमेंट मतलब समझौता तो डीड का मतलब भी समझौता होंदा। उन्होंने पार्टनरशिप का जो समझौता वा इज़ मस्ट फॉर द एग्जिस्टेंस ऑफ पार्टनरशिप। मतलब जे किसी ने पार्टनरशिप करनी आ तो ये मस्ट आ, ये बहुत जरूरी आ पार्टनरशिप की एग्जिस्टेंस के लिए कि उन्होंने विचकार कोई अग्रीमेंट होवे। As in the case of Hindu undivided family, a partner does not become a partner just by operation of law। ਹੁਣ ਇਹਨੂੰ ਧਿਆਨ ਨਾਲ ਸਮਝ ਲਓ, ਇਹ ਚੈਪਟਰ ਆਪਾਂ ਅਗਲਾ ਪੜ੍ਹਨਾ ਵਾ। ਵੈਸੇ ਇਹਨੂੰ ਹਿੰਦੂ ਅਨਡਿਵਾਈਡਡ ਫੈਮਿਲੀ ਬੋਲਦੇ ਆ, ਠੀਕ ਆ। ਇਹਦੇ ਵਿੱਚ ਕੀ ਹੁੰਦਾ ਵਾ, ਕਾਫੀ ਸਾਰੇ ਫੈਮਿਲੀ ਦੇ ਮੈਂਬਰ ਹੁੰਦੇ ਆ। ਮੈਂਬਰ ਹੋਣ ਦੇ ਨਾਤੇ ਹੀ ਉਹਨਾਂ ਦੀ ਆਪਾਂ ਕਹਿ ਦਈਏ ਪਾਰਟਨਰਸ਼ਿਪ ਹੁੰਦੀ ਆ, ਕਿਉਂਕਿ ਉਹ ਫੈਮਿਲੀ ਦਾ ਹਿੱਸਾ ਨੇ ਤਾਂ ਕਰਕੇ ਉਹ ਪਾਰਟਨਰ ਨੇ। ਬਟ ਇਹਦੇ ਵਿੱਚ ਇੱਦਾਂ ਨਹੀਂ ਹੈ, ਠੀਕ ਆ। ਇਹਦੇ ਵਿੱਚ ਕੀ ਆ, ਜਿਹੜਾ ਕਾਨੂੰਨੀ ਤੌਰ 'ਤੇ ਹੀ ਪਾਰਟਨਰ ਬਣਿਆ ਜਾ ਸਕਦਾ। ਉਹਦੇ ਵਿੱਚ ਕੀ ਸੀ, ਕੋਈ ਜੁਆਇੰਟ ਹਿੰਦੂ ਫੈਮਿਲੀ ਦੇ ਵਿੱਚ ਬਰਥ ਲੈਂਦਾ, ਕਿਸੇ ਦਾ ਜਨਮ ਹੁੰਦਾ ਤਾਂ ਉਹ ਉਹਦਾ ਕੀ ਬਣ ਜਾਂਦਾ, ਪਾਰਟਨਰ ਬਣ ਜਾਂਦਾ। ਬਟ ਇਹਦੇ ਵਿੱਚ ਰਿਟਨ ਦੇ ਵਿੱਚ ਅਗਰੀਮੈਂਟ ਜ਼ਰੂਰੀ ਆ। ਪਾਰਟਨਰਸ਼ਿਪ ਇਜ਼ ਕ੍ਰੀਏਟਡ ਬਾਈ ਕੌਂਟਰੈਕਟ ਨੋਟ ਬਾਈ ਸਟੇਟਸ। ਸਟੇਟਸ ਮਤਲਬ ਇਹ ਨਹੀਂ ਵੀ ਇੱਕ ਪਰਸਨ ਦੂਜੇ ਦਾ ਬੇਟਾ ਵਾ ਤਾਂ ਉਹ ਪਾਰਟਨਰਸ਼ਿਪ ਦੇ ਵਿੱਚ ਆਊਗਾ ਜਾਂ ਪਾਰਟਨਰ ਬਣੂਗਾ, ਨਹੀਂ। ਇੱਕ ਕੌਂਟਰੈਕਟ ਹੋਊਗਾ, ਇੱਕ ਸਮਝੌਤਾ ਹੋਊਗਾ ਜਿਹਦੇ ਕਰਕੇ ਹੀ ਜਿਹੜੀ ਉਹਨਾਂ ਦੀ ਆਪਸ ਦੇ ਵਿੱਚ ਪਾਰਟਨਰਸ਼ਿਪ ਮੰਨੀ ਜਾਊਗੀ। ਨੈਕਸਟ ਹੈਗਾ ਲੀਗਲ ਬਿਜ਼ਨਸ। ਦ ਅਗਰੀਮੈਂਟ ਮਸਟ ਬੀ ਟੂ ਰਨ ਆ ਲॉफुल ਬਿਜ਼ਨਸ। ਫॉर ਐਨੀ ਇਲੀਗਲ ਬਿਜ਼ਨਸ ਦੇयर ਵਿਲ ਬੀ नो ਪਾਰਟਨਰਸ਼ਿਪ। ਤੀਜਾ ਕੈਰੈਕਟਰਿਸਟਿਕ ਇਹ ਆ ਕਿ ਜਿਹੜਾ ਇੱਕ ਅਗਰੀਮੈਂਟ ਆ ਇਹ ਇੱਕ ਲॉफुल ਬਿਜ਼ਨਸ ਲਈ ਹੀ ਹੋਵੇ। ਜੇ ਕੋਈ ਇਲੀਗਲ ਗੈਰ ਕਾਨੂੰਨੀ ਕੰਮ ਆ ਤਾਂ ਉਹਦੇ ਲਈ ਪਾਰਟਨਰਸ਼ਿਪ ਵੈਲਿਡ ਨਹੀਂ ਮੰਨੀ ਜਾਂਦੀ, ਠੀਕ ਆ। Sharing of profits. The essential condition for partnership is that there should be sharing of profit between partners। ਸਭ ਤੋਂ ਮੇਨ ਕੰਡੀਸ਼ਨ ਹੈ ਵੀ ਸਾਰਿਆਂ ਦੇ ਵਿਚਕਾਰ ਕੀ ਹੋਊਗਾ, ਪ੍ਰੋਫਿਟ ਸ਼ੇਅਰ ਹੋਊਗਾ। As in the case of charitable form of associations there is no profit sharing, so no partnership। ਚੈਰੀਟੇਬਲ ਫਾਰਮ ਮਤਲਬ ਜਿਹੜੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੇ ਲਈ ਕੁਝ NGOs ਬਣੀਆਂ ਹੁੰਦੀਆਂ ਨੇ, ਉਹਦੇ ਵਿੱਚ ਵੀ ਤਾਂ 10 ਜਾਂ 5 ਲੋਕ ਕੰਮ ਕਰਦੇ ਆ ਇਕੱਠੇ ਹੋ ਕੇ, ਬਟ ਉਹਨਾਂ ਦਾ ਮੇਨ ਮੋਟਿਵ ਪ੍ਰੋਫਿਟ ਅਰਨ ਕਰਨਾ ਨਹੀਂ ਹੁੰਦਾ, ਤਾਂ ਕਰਕੇ ਆਪਾਂ ਉਹਨਾਂ ਨੂੰ ਪਾਰਟਨਰਸ਼ਿਪ ਫਰਮ ਵੀ ਨਹੀਂ ਮੰਨਦੇ। ਲਾਈਕ ਪ੍ਰੋਫਿਟ ਸ਼ੇਅਰਿੰਗ ਪਾਰਟਨਰਸ ਆਲਸੋ ਸ਼ੇਅਰ ਦਾ ਲੌਸਿਸ ਅਰਾਈਜ਼ਿੰਗ ਫਰੋਮ ਦਾ ਬਿਜ਼ਨਸ ਐਕਟੀਵਿਟੀਜ਼। ਜਿਵੇਂ ਜਿਹੜੇ ਪਾਰਟਨਰ ਪ੍ਰੋਫਿਟ ਸ਼ੇਅਰ ਕਰਦੇ ਆ ਉਵੇਂ ਹੀ ਉਹ ਲੌਸ ਵੀ ਸ਼ੇਅਰ ਕਰਦੇ ਆ ਜਿਹੜਾ ਕਿ ਬਿਜ਼ਨਸ ਦੇ ਵਿੱਚ ਅਰਾਈਜ਼ ਹੁੰਦਾ। ਫਿਫਥ ਪੁਆਇੰਟ ਦੇਖੋ, ਪ੍ਰਿੰਸੀਪਲ ਐਂਡ ਏਜੰਟ ਰਿਲੇਸ਼ਨਸ਼ਿਪ। ਈਚ ਐਂਡ ਐਵਰੀ ਪਾਰਟਨਰ ਇਜ਼ ਦਾ ਏਜੰਟ ਆਫ ਦਾ ਫਰਮ ਐਜ਼ ਵੈਲ ਐਜ਼ ਆਫ ਦਾ ਅਦਰ ਪਾਰਟਨਰ। ਜਿਹੜੇ ਜਿੰਨੇ ਵੀ ਪਾਰਟਨਰ ਨੇ, ਠੀਕ ਆ, 5 ਜਾਂ 10, ਠੀਕ ਆ, ਉਹ ਕੀ ਨੇ, ਫਰਮ ਦੇ ਆਪਦੀ ਦੇ ਏਜੰਟ ਨੇ ਇੱਕ ਤਰ੍ਹਾਂ ਦੇ, ਠੀਕ ਆ। ਐਂਡ ਐਜ਼ ਵੈਲ ਐਜ਼ ਹੋਰ ਕਿਹਦੇ ਏਜੰਟ ਨੇ, ਦੂਜੇ ਪਾਰਟਨਰਸ ਦੇ। ਹੁਣ ਦੇਖੋ 10 ਪਾਰਟਨਰ ਆ, ਉਹਨਾਂ ਦੇ ਵਿੱਚੋਂ ਇੱਕ ਪਾਰਟਨਰ ਜਾ ਕੇ ਕਿਤੇ ਕੋਈ ਡੀਲ ਕਰਿਆ ਹੁੰਦਾ ਤਾਂ ਉਹ ਕੀ ਕੀਤਾ, ਉਹਨੇ ਇੱਕ ਏਜੰਟ ਦੇ ਰੂਪ ਦੇ ਵਿੱਚ ਆਇਆ ਉੱਥੇ, ਠੀਕ ਆ, ਜਿੱਥੇ ਉਹਨੇ ਜਾ ਕੇ ਕੋਈ ਡੀਲ ਕੀਤੀ ਆ ਤਾਂ ਉਹ ਕਿਹਦਾ ਏਜੰਟ ਮੰਨਿਆ ਜਾਊਗਾ, ਉਸ ਫਰਮ ਦਾ, ਤੇ ਬਾਕੀ ਪਾਰਟਨਰਸ ਦਾ ਏਜੰਟ ਮੰਨਿਆ ਜਾਊਗਾ। ਹੀ ਕੈਨ ਬਾਈਂਡ ਦਾ ਫਰਮ with all his activities and contract with the others। ਹੁਣ ਇੱਕ ਸਿੰਗਲ ਪਰਸਨ ਜਾ ਕੇ ਕਿਤੇ ਕੰਟਰੈਕਟ ਕਰਦਾ ਤਾਂ ਸਾਰੀ ਫਰਮ ਉਹਦੇ ਕੰਮਾਂ ਨਾਲ ਬਾਈਂਡ ਹੋ ਜਾਂਦੀ ਹੈ। ਮਤਲਬ ਜੇ ਉਹ ਕਿਤੇ ਜਾ ਕੇ ਕੋਈ ਕੰਟਰੈਕਟ ਕਰਿਆ ਹੁੰਦਾ ਤਾਂ ਸਾਰੀ ਜਿਹੜੀ ਫਰਮ ਆ ਉਹਦੇ ਨਾਲ ਜੁੜੀ ਹੋਈ ਆ, ਇਟ ਮੀਨਸ ਸਾਰਿਆਂ ਵੱਲੋਂ ਹਾਂ ਸੀਗੀ। he also act as principal because he is bound by the activities of the other partners as well as of the firm। ਸੋ ਉਹਨੂੰ ਇੱਕ ਪ੍ਰਿੰਸੀਪਲ ਵੀ ਮੰਨਦੇ ਆ ਕਿਉਂਕਿ ਬਾਕੀ ਪਾਰਟਨਰਸ ਕੀ ਕਰ ਰਹੇ ਆ ਜਾਂ ਫਰਮ ਵੱਲੋਂ ਕੀ ਕੀਤਾ ਜਾ ਰਿਹਾ ਉਹ ਉਹਦੇ ਨਾਲ ਜੁੜਿਆ ਹੋਇਆ ਵਾ। So in this way there exists a principal and agent relationship in partnership firm। ਸੋ ਇਸ ਤਰੀਕੇ ਨਾਲ ਕੀ ਆ, ਪ੍ਰਿੰਸੀਪਲ ਐਂਡ ਏਜੰਟ ਰਿਲੇਸ਼ਨਸ਼ਿਪ ਫਰਮ ਦੇ ਵਿੱਚ ਐਗਜ਼ਿਸਟ ਕਰਦੀ ਆ, ਮੌਜੂਦ ਹੁੰਦੀ ਆ। ਕਾਮਨ ਮੈਨੇਜਮੈਂਟ। In a partnership business all partners have a right to participate in working of business। ਪਾਰਟਨਰਸ਼ਿਪ ਬਿਜ਼ਨਸ ਦੇ ਵਿੱਚ ਸਾਰੇ ਪਾਰਟਨਰ ਦੇ ਕੋਲ ਇਹ ਅਧਿਕਾਰ ਹੁੰਦਾ ਕਿ ਉਹ ਆਪਦੇ ਬਿਜ਼ਨਸ ਦੀ ਵਰਕਿੰਗ ਦੇ ਵਿੱਚ ਹਿੱਸਾ ਲੈ ਸਕਣ। ਇਟ ਹੈਜ਼ ਨੋ ਸੈਪਰੇਟ ਲੀਗਲ ਐਂਟਿਟੀ ਆਫ ਇਟਸ ਓਨ। ਜਿਹੜਾ ਜਿਵੇਂ ਆਪਾਂ ਪਾਰਟਨਰਸ਼ਿਪ ਫਰਮ ਦੇ ਪਹਿਲਾਂ ਪੜ੍ਹਿਆ ਸੀ ਸੋਲ ਟ੍ਰੇਡ, ਉਹਦੇ ਵਿੱਚ ਵੀ ਆਪਾਂ ਜਿਹੜਾ ਸੋਲ ਟ੍ਰੇਡਰ ਸੀ ਅਤੇ ਉਹਦਾ ਬਿਜ਼ਨਸ ਸੀ ਉਹਨੂੰ ਇੱਕ ਮੰਨਦੇ ਸੀ, ਤਾਂ ਪਾਰਟਨਰਸ਼ਿਪ ਦੇ ਵਿੱਚ ਵੀ ਇੱਦਾਂ ਹੀ ਆ।
ਵੀ ਜਿਹੜੇ ਪਾਰਟਨਰਸ਼ਿਪ ਫਰਮ ਆ ਉਹਨਾਂ ਦੀ ਜਾਂ ਉਹਦੇ ਪਾਰਟਨਰਸ ਨੇ ਸੇਮ ਚੀਜ਼ ਆ ਉਹਨਾਂ ਦੀ ਅਲੱਗ ਤੋਂ ਪਛਾਣ ਨਹੀਂ ਹੈਗੀ। ਠੀਕ ਆ, ਅੱਗੇ ਆਪਾਂ ਆਉਣ ਵਾਲੇ ਫਰਦਰ ਚੈਪਟਰਸ ਪੜ੍ਹਾਂਗੇ ਕੰਪਨੀ ਫਾਰਮ ਬਾਰੇ। ਉਹਦੇ ਵਿੱਚ ਕੰਪਨੀ ਅੱਡ ਹੁੰਦੀ ਆ ਅਤੇ ਉਹਨੂੰ ਚਲਾਉਣ ਵਾਲੇ ਅੱਡ ਹੁੰਦੇ। ਠੀਕ ਆ, ਦ ਰਾਈਟਸ ਐਂਡ ਲਾਇਬਿਲਿਟੀਜ਼ ਆਫ ਦ ਪਾਰਟਨਰਸ ਐਂਡ ਦ ਫਰਮ ਆਰ ਸੇਮ। ਜਿਹੜੀਆਂ ਦੇਣਦਾਰੀਆਂ ਨੇ ਜਾਂ ਅਧਿਕਾਰ ਨੇ ਜਾਂ ਰਾਈਟਸ ਨੇ ਇਹ ਪਾਰਟਨਰਸ ਦੇ ਅਤੇ ਫਰਮ ਦੇ ਸੇਮ ਹੀ ਮੰਨੇ ਜਾਣਗੇ। ਫॉर ਟੇਕਿੰਗ ਆਲ ਦ ਇੰਪੋਰਟੈਂਟ ਡਿਸੀਜ਼ਨਸ ਦ ਕੰਸੈਂਟ ਆਫ ਆਲ ਦ ਪਾਰਟਨਰਸ ਇਜ਼ ਨੈਸੈਸਰੀ। ਜੇ ਅਸੀਂ ਕੋਈ ਇੰਪੋਰਟੈਂਟ ਫੈਸਲੇ ਲੈਣੇ ਆ ਤਾਂ ਸਾਨੂੰ ਸਾਰੇ ਪਾਰਟਨਰਸ ਦੀ ਮਰਜ਼ੀ ਜਾਣੀ ਆਪਾਂ ਪੁੱਛਣੀ ਜਾਂ ਉਹਨਾਂ ਦੀ ਪਰਮਿਸ਼ਨ ਲੈਣੀ ਨੈਸੈਸਰੀ ਹੈ, ਜ਼ਰੂਰੀ ਆ। ਨੈਕਸਟ ਹੈ ਆਪਣੇ ਕੋਲ ਅਨਲਿਮਿਟਡ ਲਾਇਬਿਲਿਟੀ। ਦਿਸ ਫੀਚਰ ਆਫ ਪਾਰਟਨਰਸ਼ਿਪ ਅਟੈਚ ਈਵਨ ਪਰਸਨਲ ਪ੍ਰੋਪਰਟੀ ਆਫ ਦ ਪਾਰਟਨਰ ਫॉर ਪੇਇੰਗ ਦ ਡੈਟਸ ਆਫ ਦ ਬਿਜ਼ਨਸ। ਅਨਲਿਮਿਟਡ ਲਾਇਬਿਲਿਟੀ ਦਾ ਮਤਲਬ ਕੀ ਹੈ ਕਿ ਜੇ ਅਸੀਂ ਡੈਟ ਪੇ ਕਰਨੇ ਆ ਮਤਲਬ ਕਰਜ਼ ਪੇ ਕਰਨਾ ਵਾ ਤਾਂ ਸਾਡੀ ਪਰਸਨਲ ਪ੍ਰੋਪਰਟੀ ਵੀ ਅਟੈਚ ਹੋਊਗੀ। ਇਫ ਬਿਜ਼ਨਸ ਐਸੈਟਸ ਆਰ ਨਾਟ ਸਫੀਸ਼ੀਐਂਟ, ਜੇ ਸਾਡੇ ਬਿਜ਼ਨਸ ਦੇ ਜਿਹੜੇ ਸੰਪੱਤੀ ਆ ਉਹ ਸਫੀਸ਼ੀਐਂਟ ਨਹੀਂ ਹੈ ਕਰਜ਼ਾ ਲਾਉਣ ਲਈ ਤਾਂ ਸਾਡੀ ਪਰਸਨਲ ਪ੍ਰੋਪਰਟੀ ਵੀ ਨਾਲ ਅਟੈਚ ਹੋ ਜੂਗੀ ਤਾਂ ਉਹਨੂੰ ਵੀ ਵੇਚ ਕੇ ਕਰਜ਼ਾ ਉਤਾਰਿਆ ਜਾ ਸਕਦਾ। ਦਿਸ ਡਿਊਜ਼ ਕੈਨ ਬੀ ਕਲੇਮਡ ਬਾਈ ਦ ਕ੍ਰੈਡੀਟਰ ਫਰੋਮ ਐਨੀ ਵਨ ਔਰ ਆਲ ਦ ਪਾਰਟਨਰਸ। ਹੁਣ ਡਿਊਜ਼ ਹੁੰਦਾ ਬਕਾਇਆ, ਜੇ ਮੰਨ ਲਓ ਕਿਸੇ ਵੀ ਕ੍ਰੈਡੀਟਰ ਦਾ ਪੈਸਾ ਸਾਡਾ ਦੇਣ ਵਾਲਾ ਹਜੇ ਰਹਿੰਦਾ ਵਾ ਤਾਂ ਉਹ ਸਾਡੇ ਤੋਂ ਕਲੇਮ ਕਰ ਸਕਦੇ ਆ, ਜਾਂ ਤਾਂ ਇੱਕ ਪਰਸਨ ਤੋਂ ਕਰ ਸਕਦੇ ਆ ਜਾਂ ਸਾਰੇ ਪਾਰਟਨਰਸ ਤੋਂ ਕਰ ਸਕਦੇ ਆ। ਦਸ ਪਾਰਟਨਰਸ ਆਰ ਲਾਇਬਲ ਜੁਆਇੰਟਲੀ ਐਂਡ ਇੰਡੀਵਿਜੂਅਲੀ। ਸੋ ਇਸ ਤਰੀਕੇ ਨਾਲ ਕੀ ਆ ਇਹ ਇਕੱਠੇ ਵੀ ਅਤੇ ਇਕੱਲੇ ਵੀ ਦੇਣਦਾਰ ਹੁੰਦੇ ਆ। ਠੀਕ ਆ, ਨੈਕਸਟ ਹੈ 8th ਪੁਆਇੰਟ ਰਿਸਟ੍ਰਿਕਸ਼ਨ ਔਨ ਟਰਾਂਸਫਰ ਆਫ ਸ਼ੇਅਰਸ। ਕੋਈ ਵੀ ਪਰਸਨ ਆਪਦੇ ਜਿਹੜੇ ਸ਼ੇਅਰਸ ਨੇ ਆਪਦੀ ਹਿੱਸੇਦਾਰੀ ਦੂਜੇ ਨੂੰ ਟਰਾਂਸਫਰ ਨਹੀਂ ਕਰ ਸਕਦਾ। Nobody can sell or transfer his shares to other without the consent of all other partners। ਹੁਣ ਜੇ ਮੰਨ ਲਓ 10 ਪਾਰਟਨਰ ਆ ਸਾਰਿਆਂ ਦੇ ਕੋਲੇ ਕੁਛ % ਸ਼ੇਅਰਸ ਨੇ। ਠੀਕ ਆ, ਤਾਂ ਇੱਕ ਪਾਰਟਨਰ ਦੂਜੇ ਪਾਰਟਨਰ ਨੂੰ ਬਿਨਾਂ ਪੁੱਛੇ ਆਪਦੇ ਜਿਹੜੇ ਸ਼ੇਅਰ ਆ ਕਿਸੇ ਨੂੰ ਵੇਚ ਨਹੀਂ ਸਕਦਾ। ਔਨ ਦ ਅਦਰ ਹੈਂਡ ਇਨ ਕੇਸ ਆਫ ਜੁਆਇੰਟ ਸਟਾਕ ਕੰਪਨੀ ਅ ਸ਼ੇਅਰ ਹੋਲਡਰ ਕੈਨ ਈਜ਼ੀਲੀ ਟਰਾਂਸਫਰ ਔਰ ਸੈਲ ਹਿਜ਼ ਸ਼ੇਅਰਸ ਟੂ ਐਨੀਬਡੀ ਐਜ਼ ਹੀ ਲਾਈਕਸ। ਜਦ ਕਿ ਜੇ ਆਪਾਂ ਗਾਂ ਪੜ੍ਹਾਂਗੇ ਕੰਪਨੀ ਬਾਰੇ ਜੁਆਇੰਟ ਸਟਾਕ ਕੰਪਨੀ ਬਾਰੇ, ਉਹਦੇ 'ਚ ਜਿਹੜੇ ਸ਼ੇਅਰ ਹੋਲਡਰ ਹੁੰਦੇ ਆ ਆਪਦਾ ਜਿਹੜਾ ਸ਼ੇਅਰਸ ਨੇ ਉਹ ਕਿਸੇ ਨੂੰ ਵੀ ਕਿਸੇ ਵੀ ਸਮੇਂ ਵੇਚ ਸਕਦੇ ਆ। ਬਟ ਪਾਰਟਨਰਸ਼ਿਪ ਫਰਮ ਦੇ ਵਿੱਚ ਇੱਦਾਂ ਨਹੀਂ ਹੁੰਦਾ। ਇਫ ਅ ਪਾਰਟਨਰ ਡਜ਼ ਨਾਟ ਵਾਂਟ ਟੂ ਕੰਟੀਨਿਊ ਇਨ ਪਾਰਟਨਰਸ਼ਿਪ ਹੀ ਵਿਲ ਹੈਵ ਟੂ ਗਿਵ ਅ ਡਿਊ ਨੋਟਿਸ ਫॉर ਦ ਡੈਜ਼ੋਲੂਸ਼ਨ ਆਫ ਦ ਪਾਰਟਨਰਸ਼ਿਪ ਫਰਮ। ਹੁਣ 10 ਪਾਰਟਨਰ ਨੇ ਮੰਨ ਲਓ। ਠੀਕ ਆ, ਜੇ ਉਹਨਾਂ ਦੇ ਵਿੱਚੋਂ ਇੱਕ ਵੀ ਚਾਹੁੰਦਾ ਕਿ ਮੈਂ ਅੱਗੇ ਪਾਰਟਨਰਸ਼ਿਪ ਕੰਟੀਨਿਊ ਨਹੀਂ ਕਰਨੀ ਤਾਂ ਉਹ ਇੱਕ ਲਿਖਤੀ ਰੂਪ ਦੇ ਵਿੱਚ ਪਹਿਲਾਂ ਤੋਂ ਨੋਟਿਸ ਦੇਵੇ ਕਿ ਮੈਂ ਆਪਦੀ ਜਿਹੜੀ ਪਾਰਟਨਰਸ਼ਿਪ ਆ ਇਹਨੂੰ ਖਤਮ ਕਰਨਾ ਚਾਹੁੰਦਾ। ਠੀਕ ਆ, 9th ਪੁਆਇੰਟ ਦੇਖੋ, ਇਹ ਹੈ ਅਟਮੋਸਟ ਗੁੱਡ ਫੇਥ। ਦੇਅਰ ਮਸਟ ਐਗਜ਼ਿਸਟ ਗੁੱਡ ਫੇਥ ਅਮੰਗ ਦਾ ਪਾਰਟਨਰ। ਸਾਰੇ ਪਾਰਟਨਰਸ ਦੇ ਵਿਚਕਾਰ ਆਪਸ 'ਚ ਕੀ ਹੋਣੀ ਚਾਹੀਦੀ? ਫੇਥ ਹੋਣਾ ਚਾਹੀਦਾ, ਭਰੋਸਾ ਹੋਣਾ ਚਾਹੀਦਾ। ਦ ਐਕਟਸ ਆਫ ਵਨ ਪਾਰਟਨਰ ਬਾਈਂਡਸ ਦ ਅਦਰ ਸੋ ਦੈਟ ਆਲ ਆਫ ਦੈਮ ਵਰਕ ਵਿਦ ਓਨੈਸਟੀ ਐਂਡ ਫੁੱਲ ਫੇਥ ਐਜ਼ ਈਚ ਅਦਰ। ਕਹਿੰਦੇ ਹੁਣ ਇੱਕ ਪਰਸਨ ਜੇ ਕੋਈ ਡੀਲ ਕਰਕੇ ਆਉਂਦਾ ਉਹਦੇ ਕਰਕੇ ਬਾਕੀ ਪਾਰਟਨਰ ਵੀ ਨਾਲ ਜੁਆਇਨ ਹੋ ਜਾਂਦੇ ਆ ਜਾਂ ਆਪਾਂ ਕਿ ਨਾਲ ਬਾਈਂਡ ਹੋ ਜਾਂਦੇ ਆ। ਸੋ ਉਹਨਾਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਮਾਨਦਾਰੀ ਨਾਲ ਕੰਮ ਕਰਨ ਅਤੇ ਇੱਕ ਦੂਜੇ ਦੇ ਉੱਪਰ ਫੇਥ ਰੱਖਣ। ਐਵਰੀ ਇਨਫੋਰਮੇਸ਼ਨ ਮਸਟ ਬੀ ਡਿਸਕਲੋਜ਼ ਟੂ ਈਚ ਅਦਰ ਫॉर ਰਨਿੰਗ ਦ ਬਿਜ਼ਨਸ ਸਮੂਥਲੀ। ਹਰ ਇੱਕ ਜਿਹੜੀ ਇਨਫੋਰਮੇਸ਼ਨ ਆ, ਹਰ ਇੱਕ ਜਾਣਕਾਰੀ ਡਿਸਕਲੋਜ਼ ਉਹਨੂੰ ਦੱਸਣਾ, ਹਰ ਇੱਕ ਜਾਣਕਾਰੀ ਉਹ ਇੱਕ ਦੂਜੇ ਨਾਲ ਸ਼ੇਅਰ ਕਰਨ। ਠੀਕ ਆ, ਤਾਂ ਕਿ ਬਿਜ਼ਨਸ ਸਮੂਥਲੀ ਚੱਲ ਸਕੇ। ਲਾਸਟ ਪੁਆਇੰਟ ਇਹਦਾ ਹੈ ਡਿਊਰੇਸ਼ਨ। ਇਟ ਇਜ਼ ਅਨਸਰਟਨ ਐਜ਼ ਇਨ ਦ ਕੇਸ ਆਫ ਸੋਲ ਟ੍ਰੇਡ ਬਿਜ਼ਨਸ। ਕਹਿੰਦੇ ਜਿਵੇਂ ਕਿ ਸੋਲ ਟ੍ਰੇਡ ਬਿਜ਼ਨਸ ਵਿੱਚ ਅਨਸਰਟਨ ਸੀਗਾ, ਉਹਦਾ ਵੀ ਨਹੀਂ ਸੀ ਪਤਾ ਵੀ ਕਦੋਂ ਬੰਦ ਹੋ ਜਾਵੇ। ਉਸੇ ਤਰੀਕੇ ਨਾਲ ਪਾਰਟਨਰਸ਼ਿਪ ਫਰਮ ਹੈਗੀ ਆ। ਇਫ ਐਨੀ ਆਫ ਦਾ ਪਾਰਟਨਰ ਡਾਈਜ਼ ਔਰ ਲੀਵਸ ਦਾ ਪਾਰਟਨਰਸ਼ਿਪ ਦਾ ਫਰਮ ਕਮਸ ਟੂ ਐਨ ਐਂਡ। ਜੇ ਮੰਨ ਲਓ ਕੋਈ ਇੱਕ ਪਾਰਟਨਰ ਦੀ ਡੈਥ ਹੋ ਜਾਂਦੀ ਆ ਜਾਂ ਕੋਈ ਵਿੱਚੋਂ ਪਾਰਟਨਰਸ਼ਿਪ ਛੱਡ ਕੇ ਚਲਾ ਜਾਂਦਾ ਤਾਂ ਆਟੋਮੈਟਿਕਲੀ ਫਰਮ ਆ ਜਿਹੜੀ ਇਹ ਬੰਦ ਹੋ ਜਾਂਦੀ ਆ। ਠੀਕ ਹੈ ਬੇਟਾ ਜੀ।